राम हो क्या जाना क्या भावै, मन प्यास बहुत दरसावै। राहा भावे तो भावे चंगा लगना, ते राम तो भाव है परिपूर्ण परमात्मा अकाल पुरख वाहिगुरू। मनुख बहुत कुछ चाहुंदा है, असीं बहुत कुछ चाहुंदे हां भी ਇਹ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਇਹ ਵੀ ਮੇਰੇ ਕੋਲ ਹੋਵੇ। ਕਹਿਣ ਤੋਂ ਭਾਵ ਮਨੁੱਖ ਦੇ ਮਨ ਅੰਦਰ ਬਹੁਤ ਇੱਛਾਵਾਂ ਹਰ ਵਕਤ ਬਣੀਆਂ ਰਹਿੰਦੀਆਂ ਨੇ। ਹਰ ਵਕਤ ਮਨੁੱਖ ਸੋਚਾਂ ਸੋਚਦਾ ਹੈ। ਇੱਥੋਂ ਤੱਕ ਵੀ ਮਨੁੱਖ ਭਾਵੇਂ ਬਾਹਰੋਂ ਚੁੱਪ ਹੈ, ਨਹੀਂ ਬੋਲ ਰਿਹਾ, ਇਕੱਲਾ ਵੀ ਬੈਠਾ ਹੈ ਨਾ, ਤਾਂ ਵੀ ਮਨ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ, ਮਨ ਬੋਲਦਾ ਰਹਿੰਦਾ ਹੈ। ਕੱਲਾ ਤੁਰਿਆ ਜਾ ਰਿਹਾ, ਕੋਈ ਨਾਲ ਨਹੀਂ। ਪਰ ਕੱਲਾ ਤੁਰਦਿਆ ਹੋਇਆ ਵੀ ਕਈ ਵਾਰ ਮਨੁੱਖ ਆਪਣੀ ਸੋਚਾਂ ਸੋਚਦਾ ਹੋਇਆ ਵੱਡੇ ਵੱਡੇ ਪਲਾਨ ਵਿਉਂਤਾਂ ਬਣਾਉਂਦਾ ਤੁਰਿਆ ਜਾਂਦਾ ਵੀ ਮੈਂ ਇਹ ਕਰਾਂਗਾ, ਇਹ ਹੋਣਾ ਚਾਹੀਦਾ, ਇਹ ਹੋਵੇਗਾ, ਬੜਾ ਕੁਝ ਸੋਚਦਾ ਹੈ। ਪਰ ਗੁਰੂ ਸਾਹਿਬ ਆਖਦੇ ਨੇ ਭਾਈ ਤੇਰੇ ਸੋਚਣ ਨਾਲ ਕੁਝ ਵੀ ਨਹੀਂ ਹੋਣਾ। ਜੋ ਤੂੰ ਸੋਚਦਾ ਹੈ ਉਹ ਜ਼ਰੂਰੀ ਨਹੀਂ ਵੀ ਪ੍ਰਮਾਤਮਾ ਨੂੰ ਚੰਗਾ ਲੱਗੇ। ਰਾਮ ਹੋ ਕਿਆ ਜਾਣਾ ਕਿਆ ਭਾਵੈ, ਹੇ ਵਾਹਿਗੁਰੂ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਕੀ ਚੰਗਾ ਲੱਗਦਾ, ਜੋ ਮੈਂ ਸੋਚਿਆ ਤੁਹਾਨੂੰ ਭਾਉਂਦਾ ਜਾਂ ਨਹੀਂ ਭਾਉਂਦਾ। ਹੁਣ ਉਦਾਹਰਨ ਦੇ ਤੌਰ ਤੇ ਮਨੁੱਖ ਸੇਵਾ ਕਰਦਾ ਹੈ, ਪਰ ਸੇਵਾ ਦੇ ਨਾਲ ਜੇਕਰ ਥੋੜਾ ਜਿਹਾ ਵੀ ਅਹੰਕਾਰ ਆ ਗਿਆ, ਆਪਣੇ ਆਪ ਨੂੰ ਤਾਂ ਪਤਾ ਨਹੀਂ ਲੱਗਣਾ। ਹੁਣ ਮਨੁੱਖ ਆਪਣੇ ਮਨ ਅੰਦਰ ਸੋਚੇਗਾ ਵੀ ਮੈਂ ਬਹੁਤ ਸੇਵਾ ਕੀਤੀ ਹੈ, ਪਰ ਨਾਲ ਥੋੜਾ ਜਿਹਾ ਵੀ ਅਹੰਕਾਰ ਆ ਗਿਆ ਤੇ ਸੇਵਾ ਤਾਂ ਉਹਦੀ ਸਫਲ ਹੈ ਜਿਹੜਾ ਅਹੰਕਾਰ ਤੋਂ ਰਹਿਤ ਹੈ। ਬਚਨ ਵੀ ਹੁੰਦਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਵੀ ਸਤਿਗੁਰੂ ਦਾ ਮਨ ਮੰਨ ਜੇ, ਸਤਿਗੁਰੂ ਨੂੰ ਤੇਰੀ ਕੀਤੀ ਹੋਈ ਸੇਵਾ ਭਾਜੇ ਪਾਏ। ਹੁਣ ਤੂੰ ਬਾਣੀ ਪੜ੍ਹ ਰਿਹਾ ਹੈ, ਨਿਤਨੇਮ ਕਰ ਰਿਹਾ ਹੈ, ਜਾਂ ਕਹਿ ਸਕਦੇ ਹਾਂ ਦਾਨ ਪੁੰਨ ਕਰ ਰਿਹਾ ਹੈ, ਇਹ ਸਾਰੇ ਸ਼ੁਭ ਕਰਮ ਨੇ, ਪਰਮਾਤਮਾ ਦੇ ਮਿਲਾਪ ਸਹਾਈ ਨੇ। ਪਰ ਜੇਕਰ ਇਹਨਾਂ ਸ਼ੁਭ ਕਰਮਾਂ ਨੂੰ ਕਰਦਿਆਂ ਵੀ ਕਿਤੇ ਰੱਤੀ ਭਰ ਮਨ ਅੰਦਰ ਗੁਮਾਨ ਅਹੰਕਾਰ ਆ ਜੇ, ਫਿਰ ਗੁਰੂ ਸਾਹਿਬ ਆਖਦੇ ਨੇ ਭਾਈ ਫਲ ਦੀ ਪ੍ਰਾਪਤੀ ਨਹੀਂ। ਰਾਮ ਹੋ ਕਿਆ ਜਾਣਾ ਕਿਆ ਭਾਵੈ, ਹੇ ਵਾਹਿਗੁਰੂ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਜੋ ਮੈਂ ਸੋਚਿਆ ਚੰਗਾ ਲੱਗਦਾ ਜਾਂ ਨਹੀਂ ਲੱਗਦਾ। ਮਨ ਪਿਆਸ ਬਹੁਤ ਦਰਸਾਵੇ, ਪਰ ਮੇਰੇ ਮਨ ਅੰਦਰ ਤੁਹਾਡੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਤ੍ਰੇਹ ਲੱਗੀ ਹੋਈ ਹੈ, ਪਿਆਸ ਉਤਪੰਨ ਹੋ ਗਈ ਹੈ। ਦਰਸਾਵੇ ਤੋਂ ਭਾਵੇਂ ਦਰਸ਼ਨਾਂ ਦੀ ਪਿਆਸ, ਮਨ ਪਿਆਸ ਬਹੁਤ ਦਰਸਾਵੇ, ਬਹੁਤ ਜ਼ਿਆਦਾ ਮਨ ਅੰਦਰ ਤ੍ਰੇਹ ਹੈ, ਪਿਆਸ ਬਣ ਆਈ ਹੈ ਤੁਹਾਡੇ ਦਰਸ਼ਨਾਂ ਦੀ। ਤੇ ਜਿਹਦੇ ਮਨ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਬਣ ਗਈ, ਜਿਸ ਨੂੰ ਨਾਮ ਦੀ ਭੁੱਖ ਲੱਗਣ ਲੱਗ ਪਈ, ਉਹਦਾ ਤਾਂ ਫਿਰ ਜਿਹੜਾ ਜੀਵਨ ਹੈ ਸਫਲ ਹੈ। ਉਹ ਸਭ ਕੁਝ ਪ੍ਰਮਾਤਮਾ ਕੋਲੋਂ ਪ੍ਰਾਪਤ ਕਰ ਲੈਂਦਾ ਹੈ, ਉਹ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਮਨੁੱਖ ਸੰਤੋਖੀ ਬਣ ਜਾਂਦਾ ਹੈ, ਵਿਕਾਰਾਂ ਤੋਂ ਰਹਿਤ ਉਹਦਾ ਜੀਵਨ ਬਣ ਜਾਂਦਾ ਹੈ, ਜਿਹਦੇ ਮਨ ਅੰਦਰ ਪ੍ਰਭੂ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ। ਤੇ ਪਿਆਸ ਵੀ ਗੁਰੂ ਸਾਹਿਬ ਆਖਦੇ ਨੇ ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ। ਹੇ ਵਾਹਿਗੁਰੂ ਇੰਨੀ ਜ਼ਿਆਦਾ ਪਿਆਸ ਹੈ ਤੁਹਾਡੇ ਦਰਸ਼ਨਾਂ ਦੀ, ਵੀ ਦਿਲ ਕਰਦਾ ਵੀ ਖੰਭ ਹੋਣ, ਉੱਡ ਕੇ ਤੁਹਾਡੇ ਦਰਸ਼ਨ ਕਰਾਂ। ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ। ਅੱਗੇ ਕਿਰਪਾ ਕੀਤੀ ਹੈ ਸੋਈ ਗਿਆਨੀ ਸੋਈ ਜਨ ਤੇਰਾ, ਜਿਸ ਉੱਪਰ ਰੁਚ ਆਵੈ। ਰੁਚ ਤੋਂ ਭਾਵ ਹੈ ਪ੍ਰਸੰਨ, ਖੁਸ਼ ਹੋਣਾ। ਹੇ ਵਾਹਿਗੁਰੂ ਅਸਲ ਵਿੱਚ ਉਹੀ ਮਨੁੱਖ ਆਤਮਿਕ ਜੀਵਨ ਦੀ ਸੋਝੀ ਵਾਲਾ ਹੈ, ਗਿਆਨਵਾਨ ਹੈ, ਤੁਹਾਡਾ ਭਗਤ ਹੈ, ਸੇਵਕ ਹੈ, ਜਿਹਦੇ ਉੱਤੇ ਤੁਹਾਡੀ ਪ੍ਰਸੰਨਤਾ ਹੈ, ਜਿਹਦੇ ਉੱਤੇ ਤੁਸੀਂ ਖੁਸ਼ ਹੋ, ਜਿਸ ਉੱਪਰ ਰੁਚ ਆਵੇ, ਜਿਹਦੇ ਤੁਹਾਡੀ ਖੁਸ਼ੀ ਹੈ। ਬਾਣੀ ਪੜ੍ਹ ਕੇ ਸੇਵਾ ਕਰਕੇ ਅਸੀਂ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਅੱਗੇ ਕਿਰਪਾ ਕੀਤੀ ਹੈ ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ। ਹੇ ਸੰਸਾਰ ਨੂੰ ਜੀਵਨ ਵਾਲੇ, ਸੰਸਾਰ ਨੂੰ ਸਿਰਜਣ ਵਾਲੇ, ਸੰਸਾਰ ਪਾਲਕ,
ਸੰਸਾਰ ਦੇ ਪਾਲਕ ਅਕਾਲ ਪੁਰਖ ਵਾਹਿਗੁਰੂ, ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ, ਜਿਸ ਉੱਤੇ ਤੁਹਾਡੀ ਰਹਿਮਤ ਹੁੰਦੀ ਹੈ, ਉਹੀ ਮਨੁੱਖ ਤੁਹਾਨੂੰ ਧਿਆਉਂਦਾ ਹੈ, ਤੁਹਾਡੀ ਇਬਾਦਤ ਕਰਦਾ ਹੈ, ਤੁਹਾਡੀ ਸਿਫਤ ਸਲਾਹ ਕਰਦਾ ਹੈ। ਫਿਰ ਪੰਕਤੀ ਸੁਣਿਓ, ਕਿਰਪਾ ਕਰੋ ਜਿਸ ਪੁਰਖ ਵਿਧਾਤੇ, ਸੋ ਸਦਾ ਸਦਾ ਤੁਧ ਧਿਆਵੈ। ਇਹ ਆਪਣੇ ਮਨ ਅੰਦਰੋਂ ਵਹਿਮ ਕੱਢ ਦੇਣਾ ਚਾਹੀਦਾ ਸਾਨੂੰ ਵੀ ਅਸੀਂ ਜੇ ਬਾਣੀ ਪੜ੍ਹਦੇ ਹਾਂ ਵੀ ਸਾਡਾ ਆਪਣਾ ਉਦਮ ਹੈ, ਸੰਗਤ ਵਿੱਚ ਆਏ ਹਾਂ, ਹਾਜ਼ਰੀ ਲੱਗ ਰਹੀ ਹੈ, ਇਹ ਸਾਡੀ ਆਪਣੀ ਉਦਮ ਦੇ ਨਾਲ ਹੈ। ਗੁਰੂ ਸਾਹਿਬ ਆਖਦੇ ਨੇ ਭਾਈ ਨਹੀਂ, ਉਦਮ ਵੀ ਤੈਨੂੰ ਗੁਰੂ ਨੇ ਦੇਣਾ, ਗੁਰੂ ਹੀ ਤੈਨੂੰ ਉਦਮ ਦੇਵੇਗਾ, ਤੇ ਗੁਰੂ ਨੇ ਹੀ ਤੈਨੂੰ ਸੰਗਤ ਵਿੱਚ ਲੈ ਕੇ ਆਉਣਾ, ਗੁਰੂ ਨੇ ਹੀ ਤੇਰੀ ਝੋਲੀ ਵਿੱਚ ਨਾਮ ਦੀ ਦਾਤ ਪਾਉਣੀ ਹੈ, ਨਾਮ ਤੇਰੇ ਕੋਲੋਂ ਗੁਰੂ ਨੇ ਹੀ ਜਪਾਉਣਾ ਹੈ। ਜੇਕਰ ਭਾਈ ਤੂੰ ਨਾਮ ਜਪਨੇ ਹੈ, ਸਤ ਸੰਗੀ ਹੈ, ਤੇ ਸਮਝ ਤੇਰੇ ਤੇ ਉਸ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ, ਤੈਨੂੰ ਵੱਡਮੁੱਲੀ ਦਾਤ ਨਾਮ ਪ੍ਰਮਾਤਮਾ ਨੇ ਤੇਰੀ ਝੋਲੀ ਵਿੱਚ ਪਾਈ ਹੈ। ਪਹਿਲਾਂ ਵੀ ਅਰਜ਼ ਕੀਤੀ ਹੈ, ਅੱਜ ਆਪਾਂ ਸਤ ਸੰਗੀ ਆ, ਸਤ ਸੰਗਤ ਵਿੱਚ ਸਾਡੀ ਹਾਜ਼ਰੀ ਲੱਗਦੀ ਹੈ, ਬਾਣੀ ਪੜ੍ਹਦੇ ਹਾਂ, ਪਰ ਆਪਣੇ ਆਪਣੇ ਜੀਵਨ ਵਿੱਚ ਝਾਤ ਮਾਰੀਏ, ਬਹੁਤਾਤ ਵਿੱਚ ਨਹੀਂ। ਸਾਰਿਆਂ ਤੇ ਗੱਲ ਲਾਗੂ ਨਹੀਂ, ਪਰ ਕਿੰਨਾ ਕੁ ਸਮਾਂ ਸਾਡਾ ਪਰਮਾਤਮਾ ਦੀ ਯਾਦ ਸਤਸੰਗ ਤੋਂ ਬਗੈਰ ਅਸੀਂ ਬਤੀਤ ਕੀਤਾ ਹੋਵੇਗਾ ਆਪਣੀ ਜ਼ਿੰਦਗੀ ਵਿੱਚ। ਜਦੋਂ ਕਦੇ ਗੁਰੂ ਘਰ ਹਾਜ਼ਰੀ ਨਹੀਂ ਸੀ, ਜਦੋਂ ਬਾਣੀ ਦੇ ਨਾਲ ਸਾਂਝ ਨਹੀਂ ਸੀ, ਕਿੰਨਾ ਸਮਾਂ ਵਿਅਰਥ ਲੰਘਿਆ। ਜੇ ਅੱਜ ਸੰਗਤ ਵਿੱਚ ਸਾਡੀ ਹਾਜ਼ਰੀ ਲੱਗ ਰਹੀ ਹੈ, ਬਾਣੀ ਨਾਲ ਜੁੜੇ ਆ, ਗੁਰੂ ਚਰਨਾਂ ਤੇ ਭਰੋਸਾ ਬਣਿਆ ਹੈ, ਇਹ ਸਭ ਵਾਹਿਗੁਰੂ ਦੀ ਕਿਰਪਾ ਹੀ ਹੈ, ਉਹੀ ਬਣਾਉਣ ਵਾਲਾ ਹੈ। ਹਾਂ, ਪਹਿਲਾਂ ਹੀ ਗੱਲ ਕੀਤੀ ਵੀ ਉਹ ਮੁਬਾਰਕ ਨੇ, ਉਹ ਧੰਤਾ ਦੇ ਯੋਗ ਨੇ, ਜਿਨ੍ਹਾਂ ਦੀ ਬਚਪਨ ਤੋਂ ਹੀ ਲਿਵ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ। ਤਾਰੂ ਪੋਪਟ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੇ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਗੁਰਸਿੱਖਾਂ ਵਿੱਚ, ਭਾਈ ਤਾਰੂ ਪੋਪਟ। ਉਮਰ ਬੜੀ ਛੋਟੀ ਹੈ, ਬਚਪਨ ਹੈ, ਦੀਵਾਨ ਲੱਗਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਉਂਦੇ ਨੇ, ਹਾਜ਼ਰੀ ਭਰਦੇ ਨੇ, ਉਮਰ ਬੜੀ ਛੋਟੀ ਹੈ। ਹੁਣ ਛੋਟਾ ਬੱਚਾ ਜਿਹਨੂੰ ਗਿਆਨ ਹੋ ਜਾਏ, ਦੋ ਹੀ ਕਾਰਨ ਹੋ ਸਕਦੇ ਨੇ, ਜਾਂ ਤਾਂ ਮਾਂ-ਬਾਪ ਗੁਰੂ ਨਾਲ ਜੁੜੇ ਹੋਣਗੇ, ਮਾਂ-ਬਾਪ ਬੱਚੇ ਨੂੰ ਗੁਰੂ ਨਾਲ ਜੋੜ ਸਕਦੇ ਨੇ, ਜਾਂ ਕੋਈ ਜੀਵਨ ਵਿੱਚ ਐਸੀ ਘਟਨਾ ਵਾਪਰ ਜੇ, ਗੁਰੂ ਦੀ ਕਿਰਪਾ ਹੋ ਜੇ, ਆਪਣੇ ਆਪ ਬੱਚੇ ਦਾ ਮਨ ਗੁਰੂ ਚਰਨਾਂ ਨਾਲ ਜੁੜ ਜੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਵੀ ਅੱਜ ਇਸ ਬੱਚੇ ਨੂੰ ਰੋਕਣਾ ਹੈ, ਵੀ ਇੰਨੀ ਛੋਟੀ ਉਮਰ ਵਿੱਚ ਰੋਜ਼ ਆਉਂਦਾ ਹੈ, ਰੋਜ਼ ਸਤਸੰਗ ਸੁਣਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਇੰਨੀ ਛੋਟੀ ਉਮਰ ਵਿੱਚ। ਅਗਲੇ ਦਿਨ ਰੋਕਿਆ ਗਿਆ, ਗੁਰੂ ਨਾਨਕ ਪਾਤਸ਼ਾਹ ਜੀ ਪੁੱਛਿਆ, ਇੰਨੀ ਛੋਟੀ ਉਮਰ ਵਿੱਚ ਪਰਮਾਤਮਾ ਦੇ ਨਾਲ ਤੇਰੀ ਲਿਵ ਜੁੜੀ ਹੈ, ਸਿਫਤ ਸਲਾਹ ਕਰ ਰਿਹਾ ਪਰਮਾਤਮਾ ਦੀ, ਇਹ ਗਿਆਨ ਤੈਨੂੰ ਕਿੱਥੋਂ ਮਿਲਿਆ ਹੈ? ਕਿਹਨੇ ਤੈਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ? ਅੱਗੋਂ ਭਾਈ ਤਾਰੂ ਪੋਪਟ ਦਾ ਜਵਾਬ ਸੀ, ਮੈਨੂੰ ਜਿਹੜਾ ਗਿਆਨ ਹੈ ਉਹ ਅਸਲ ਵਿੱਚ ਚੁੱਲ੍ਹੇ ਵਿੱਚੋਂ ਮਿਲਿਆ ਹੈ। ਹੁਣ ਸੰਗਤ ਵੀ ਬੈਠੇ ਸੀ ਵੀ ਚੁੱਲ੍ਹੇ ਵਿੱਚੋਂ ਗਿਆਨ ਉਹ ਕਿਵੇਂ? ਭਾਈ ਤਾਰੂ ਪੋਪਟ ਕਹਿਣ ਲੱਗੇ ਵੀ ਮੇਰੀ ਮਾਂ ਨੇ ਮੈਨੂੰ ਆਖਿਆ, ਕੰਮ ਲੱਗੀ ਹੋਈ ਸੀ ਵੀ ਤੂੰ ਚੁੱਲ੍ਹੇ ਵਿੱਚ ਅੱਗ ਬਾਲ। ਮੈਂ ਮੋਟੀਆਂ ਲੱਕੜੀਆਂ ਪਾਈਆਂ ਤੇ ਅੱਗ ਬਾਲਣ ਦਾ ਯਤਨ ਕਰਨ ਲੱਗਾ ਤੇ ਅੱਗ ਨਾ ਮੇਰੇ ਕੋਲ ਬਲੀ। ਤੇ ਮਾਂ ਨੇ ਆਖਿਆ, ਮੋਟੀ ਲੱਕੜਾਂ ਨਹੀਂ, ਪਹਿਲਾਂ ਬਰੀਕ ਛੋਟੀਆਂ ਲੱਕੜਾਂ ਪਾ, ਉਹਨਾਂ ਨੂੰ ਅੱਗ ਲੱਗੇਗੀ ਤੇ ਇਹਨਾਂ ਨੇ ਆਪ ਅੱਗ ਫੜ ਲੈਣੀ ਹੈ। ਕਹਿੰਦੇ ਮੈਂ ਛੋਟੀਆਂ ਲੱਕੜੀਆਂ ਪਾਈਆਂ ਤੇ ਅੱਗ ਲੱਗ ਗਈ। ਵੀ ਮੈਨੂੰ ਸਮਝ ਲੱਗ ਗਈ ਵੀ ਜਿਹੜਾ ਜੀਵਨ ਮਿਲਿਆ, ਜਿਹੜਾ ਸਮਾਂ ਮਿਲਿਆ, ਬੜਾ ਅਨਮੋਲ ਹੈ। ਵੀ ਭਾਵੇਂ ਬਚਪਨ ਹੈ, ਜਿਵੇਂ ਅੱਗ ਛੋਟੀ ਲੱਕੜਾਂ ਨੂੰ ਛੇਤੀ ਫੜਦੀ ਹੈ, ਮੈਨੂੰ ਵੀ ਸਮਝ ਲੱਗ ਗਈ ਵੀ ਜਿਹੜਾ ਜੀਵਨ ਮਿਲਿਆ, ਕਿਤੇ ਇਹ ਜੀਵਨ ਨਾ ਖਤਮ ਹੋ ਜਾਏ ਪਰਮਾਤਮਾ ਦੀ ਯਾਦ ਤੋਂ ਬਗੈਰ, ਵੀ ਇਹ ਜੀਵਨ ਕਿਤੇ ਵਿਅਰਥ ਨਾ ਚਲਾ ਜਾਏ। ਕੀ ਪਤਾ ਕਦੋਂ ਪਰਮਾਤਮਾ ਦਾ ਬੁਲਾਵਾ ਆ ਜਾਵੇ, ਵੀ ਮੈਨੂੰ ਤਾਂ ਉੱਥੋਂ ਗਿਆਨ ਮਿਲਿਆ ਤੇ ਮੈਂ ਸਤਸੰਗੀ ਬਣ ਗਿਆ। ਸੋ ਕਹਿਣ ਤੋਂ ਭਾਵ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਮਨੁੱਖ ਪਰਮਾਤਮਾ ਦੀ ਉਸਤਤੀ ਕਰਦਾ। ਅੱਗੇ ਕਿਰਪਾ ਕਰ ਰਹੇ ਨੇ, ਕਵਨ ਜੋਗ ਕਵਨ ਗਿਆਨ ਧਿਆਨਾ, ਕਵਨ ਗੁਣੀ ਰਿਝਾਵੈ। ਹੇ ਵਾਹਿਗੁਰੂ, ਉਹ ਕਿਹੜੀ ਯੋਗ ਸਾਧਨਾ ਹੈ? ਕਵਨ ਗਿਆਨ ਧਿਆਨਾ, ਕਵਨ ਗੁਣੀ ਰਿਝਾਵੈ, ਉਹ ਕਿਹੜੀ ਸਮਾਧੀ ਵੀ ਧਿਆਨ, ਸਮਾਧੀ ਤੋਂ ਭਾਵ ਹੈ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਧਿਆਨ ਲਾਉਣਾ।
ਵੀ ਉਹ ਕਿਹੜੀਆਂ ਗਿਆਨ ਦੀਆਂ ਗੱਲਾਂ ਨੇ, ਉਹ ਕਿਹੜੀ ਯੋਗ ਸਾਧਨਾ ਹੈ, ਉਹ ਕਿਹੜਾ ਧਿਆਨ ਲਾਉਣਾ ਹੈ, ਕਵਨ ਗੁਣੀ ਰਝਾਵੈ, ਕਿਹੜੀਆਂ ਗੱਲਾਂ ਨਾਲ ਪ੍ਰਮਾਤਮਾ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਵੀ ਕਿਹੜਾ ਮੈਂ ਤਰੀਕਾ ਵਰਤਾਂ, ਕਿਹੜਾ ਢੰਗ ਵਰਤਾਂ। ਦੇਖੋ ਸਾਰੇ ਜੋ ਸਾਧਨ ਨੇ ਉਹ ਗੁਰੂ ਸਾਹਿਬ ਨੇ ਗਿਣਾ ਦਿੱਤੇ ਨੇ, ਵੀ ਕਿਹੜੀ ਯੋਗ ਸਾਧਨਾ, ਕਿਹੜੀਆਂ ਗਿਆਨ ਦੀਆਂ ਗੱਲਾਂ, ਡੂੰਘੀਆਂ ਵਿਚਾਰਾਂ, ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਲਾਉਣਾ, ਸਮਾਧੀ ਲਾਉਣੀ, ਵੀ ਪ੍ਰਮਾਤਮਾ ਪ੍ਰਸੰਨ ਹੋ ਜੇ। ਫਿਰ ਅੱਗੇ ਸਤਿਗੁਰੂ ਜੀ ਨੇ ਆਪ ਹੀ ਜਵਾਬ ਦਿੱਤਾ ਹੈ, ਪ੍ਰਮਾਤਮਾ ਖੁਸ਼ ਹੁੰਦਾ ਹੈ, ਉਹਦੇ ਲਈ ਤੈਨੂੰ ਭਾਈ ਯੋਗ ਸਾਧਨਾ ਕਰਨ ਦੀ ਲੋੜ ਨਹੀਂ, ਤੈਨੂੰ ਧਿਆਨ ਸਮਾਧੀ ਲਾਉਣ ਦੀ ਲੋੜ ਨਹੀਂ। ਸੋਈ ਜਨ ਸੋਈ ਨਿਜ ਭਗਤਾ, ਜਿਸ ਉੱਪਰ ਰੰਗ ਲਾਵੇ, ਜਿਸ ਉੱਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ, ਆਪਣੇ ਨਾਮ ਦਾ ਰੰਗ ਜਿਸ ਹਿਰਦੇ ਤੇ ਚਾੜ ਦਿੱਤਾ, ਜਿਸ ਨੂੰ ਆਪ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਉਹ ਮਨੁੱਖ ਫਿਰ ਦਿਨ ਰਾਤ ਪ੍ਰਮਾਤਮਾ ਨੂੰ ਆਰਾਧਦਾ ਹੈ। ਤੇ ਜਦੋਂ ਦਿਨ ਰਾਤ ਪ੍ਰਮਾਤਮਾ ਦੀ ਇਬਾਦਤ ਕਰਦਾ ਹੈ ਤੇ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਭਗਤੀ ਕਰਕੇ, ਇਬਾਦਤ ਕਰਕੇ ਉਸ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ, ਉਹਦੇ ਨਾਲ ਮਿਲਾਪ ਸਾਡਾ ਸੰਭਵ ਹੈ। ਅੱਗੇ ਕਿਰਪਾ ਕੀਤੀ ਹੈ, ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਖ ਨਾ ਪ੍ਰਭ ਬਿਸਰਾਵੇ, ਵੀ ਉਹ ਮਤ ਚੰਗੀ ਹੈ, ਉਹ ਬੁੱਧ, ਉਹ ਸਿਆਣਪ ਚੰਗੀ ਹੈ, ਵੀ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਇੱਕ ਨਿਮਕ ਮਾਤਰ ਵੀ ਪ੍ਰਮਾਤਮਾ ਨੂੰ ਨਹੀਂ ਭੁਲਾਉਂਦਾ। ਸਾਈ ਮਤ ਸਾਈ ਬੁੱਧ ਸਿਆਣਪ, ਜਿਤ ਨਿਮਕ ਨਾ ਪ੍ਰਭ ਬਿਸਰਾਵੇ, ਉਹ ਮਤ ਚੰਗੀ ਹੈ, ਉਹ ਗਿਆਨ ਚੰਗਾ ਹੈ, ਉਹ ਭਾਈ ਤੇਰੀ ਸਿਆਣਪ ਚੰਗੀ ਹੈ, ਜਿਸ ਨੂੰ ਵਰਤ ਕੇ ਤੈਨੂੰ ਪ੍ਰਮਾਤਮਾ ਇੱਕ ਰੱਤੀ ਮਾਤਰ ਨਿਮਕ ਸਮੇਂ ਲਈ ਵੀ ਤੈਨੂੰ ਪ੍ਰਮਾਤਮਾ ਨਾ ਭੁੱਲੇ, ਵੀ ਪ੍ਰਮਾਤਮਾ ਦੀ ਯਾਦ ਬਣੀ ਰਹੇ। ਸੰਤ ਸੰਗ ਲਗ ਇਹ ਸੁਖ ਪਾਇਓ, ਹਰ ਗੁਣ ਸਦ ਹੀ ਗਾਵੇ, ਵੀ ਗੁਰੂ ਦੀ ਸੰਗਤ ਵਿੱਚ ਆ ਕੇ ਆਖਦੇ ਨੇ ਮੈਨੂੰ ਇਹ ਦਾਤ ਮਿਲੀ ਹੈ, ਇਹ ਸੁਖਮਈ ਦਾਤ ਮਿਲੀ ਹੈ, ਹਰ ਗੁਣ ਸਦ ਹੀ ਗਾਵੇ, ਵੀ ਹਰੀ ਦੇ ਗੁਣ ਮੈਂ ਸਦਾ ਹੀ ਗਾਉਂਦਾ ਹਾਂ, ਸਦਾ ਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ, ਕਰਨ ਲੱਗ ਪਿਆ ਹਾਂ। ਇਹ ਮੈਨੂੰ ਦਾਤ ਗੁਰੂ ਦੀ ਸੰਗਤ ਵਿੱਚ ਆ ਕੇ ਮਿਲੀ ਹੈ। ਕਹਿਣ ਤੋਂ ਭਾਵ ਗੁਰੂ ਦੀ ਸੰਗਤ ਵਿੱਚ ਆ ਕੇ ਮਨੁੱਖ ਨੂੰ ਸੋਝੀ ਮਿਲਦੀ ਹੈ ਵੀ ਪ੍ਰਮਾਤਮਾ ਦੇ ਭਾਈ ਗੁਣ ਗਾਉਣੇ ਨੇ, ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਸੁਣਨਾ ਹੈ। ਇਹ ਸਭ ਜਿਹੜੀ ਦਾਤਾਂ ਨੇ ਸੰਗਤ ਵਿੱਚ ਆ ਕੇ ਮਿਲਦੀਆਂ ਨੇ। ਦੇਖਿਓ ਅਚਰਜ ਮਹਾਮੰਗਲ ਰੂਪ ਕਿਛ ਆ ਨਹੀਂ ਦ੍ਰਿਸ਼ਟਾਵੇ, ਜਿਨ੍ਹਾਂ ਨੇ ਉਸ ਅਚਰਜ ਆਨੰਦਮਈ ਪ੍ਰਭੂ ਨੂੰ ਵੇਖ ਲਿਆ, ਦਰਸ਼ਨ ਕਰ ਲਿਆ, ਉਹਨਾਂ ਨੂੰ ਉਹਦੇ ਬਰਾਬਰ ਹੋਰ ਕੋਈ ਫਿਰ ਦਿਸਦਾ ਹੀ ਨਹੀਂ। ਦੇਖਿਓ ਅਚਰਜ, ਅਚਰ ਤੋਂ ਭਾਵ ਹੈ ਹੈਰਾਨ ਕਰਨ ਦੇਣ ਵਾਲਾ। ਦੇਖਿਓ ਅਚਰਜ ਮਹਾਮੰਗਲ ਰੂਪ ਕਿਛ ਆ ਨਹੀਂ ਦ੍ਰਿਸ਼ਟਾਵੇ, ਜਿਨ੍ਹਾਂ ਨੂੰ ਉਸ ਵਾਹਿਗੁਰੂ ਜੋ ਅਚਰਜ ਰੂਪ ਹੈ, ਮਹਾ ਆਨੰਦ ਹੈ, ਉਸ ਪਰਮਾਤਮਾ ਦਾ ਦਰਸ਼ਨ ਹੋ ਗਿਆ, ਉਹਨਾਂ ਨੂੰ ਉਹਦੇ ਬਰਾਬਰ, ਉਹਦੇ ਤੁਲ ਹੋਰ ਕੋਈ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਦੇ ਵਰਗਾ ਤਾਂ ਕੋਈ ਹੋਰ ਹੈ ਹੀ ਨਹੀਂ। ਉਹ ਇਕੱਲਾ ਹੀ ਆਪਣੇ ਵਰਗਾ, ਉਹਦਾ ਕੋਈ ਸ਼ਰੀਕ ਨਹੀਂ ਜਿਹਦੇ ਕੋਲੇ ਉਹਦੀ ਬਰਾਬਰ ਤਾਕਤ ਹੋਵੇ, ਸਮਰਥਾ ਹੋਵੇ। ਕਹੋ ਨਾਨਕ ਮੋਰਚਾ ਗੁਰ ਲਾਇਓ, ਤਹ ਗਰਭ ਜੋਨ ਕਹਿ ਆਵੇ। ਇੱਥੇ ਮੋਰਚਾ ਤੋਂ ਭਾਵ ਹੈ ਜੰਗਾਲ। ਕਹੋ ਨਾਨਕ ਮੋਰਚਾ ਗੁਰ ਲਾਹਿਓ, ਲਾਹਿਓ ਤੋਂ ਭਾਵ ਹੈ ਲਾ ਦੇਣਾ। ਜਿਸ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਜਿਹਦੇ ਮਨ ਤੋਂ ਗੁਰੂ ਨੇ ਵਿਕਾਰਾਂ ਦਾ, ਬੁਰਾਈਆਂ ਦਾ ਜੰਗਾਲ ਲਾ ਦਿੱਤਾ ਹੈ। ਮਨ ਨੂੰ ਜੋ ਵਿਕਾਰਾਂ ਦਾ ਜੰਗਾਲ ਲੱਗਿਆ ਹੋਇਆ ਸੀ, ਕਹੋ ਨਾਨਕ ਮੋਰਚਾ ਗੁਰ ਲਾਇਓ, ਪੂਰੇ ਗੁਰੂ ਨੇ ਕਿਰਪਾ ਕੀਤੀ, ਜੰਗਾਲ ਲਾ ਦਿੱਤਾ। ਤੈ ਗਰਭ ਜੋਨ ਕਹਿ ਆਵੇ, ਉਹਦੀ 84 ਕੱਟੀ ਜਾਂਦੀ ਹੈ। ਉਹਨੂੰ ਬਾਰ-ਬਾਰ ਜਨਮ ਲੈਣਾ ਤੇ ਬਾਰ-ਬਾਰ ਮਰਨਾ ਉਹਦੇ ਹਿੱਸੇ ਨਹੀਂ ਆਉਂਦਾ। ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਪ੍ਰਮਾਤਮਾ ਦੇ ਨਾਲ ਦਾ ਮਿਲਾਪ ਹੋ ਜਾਂਦਾ ਹੈ, ਪ੍ਰਭੂ ਚਰਨਾਂ ਵਿੱਚ ਉਹਨੂੰ ਥਾਂ ਮਿਲ ਜਾਂਦੀ ਹੈ। ਸੋ ਆਪਾਂ ਅਰਦਾਸ ਕਰੀਏ ਵਾਹਿਗੁਰੂ ਅੱਗੇ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ, ਭੁਲਾਂ ਚੁਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ